ओम शांति। ਅੱਜ ਪਿਆਰੇ ਬਾਪ ਦਾਦਾ ਦੇ 28/4/2021 ਦੇ ਮਹਾਵਚਨ। ਪਿਆਰੇ ਬਾਪ ਦਾਦਾ ਨੇ ਆਪਣੇ ਬੱਚਿਆਂ ਨੂੰ ਅੱਜ ਕਿਹਾ, ਮਿੱਠੇ ਬੱਚੇ, ਯੋਗ ਨਾਲ ਹੀ ਆਤਮਾ ਦੀ ਖਾਦ ਨਿਕਲੇਗੀ, ਬਾਪ ਤੋਂ ਪੂਰਾ ਵਰਸਾ ਮਿਲੇਗਾ। ਇਸ ਲਈ ਜਿੰਨਾ ਹੋ ਸਕੇ ਯੋਗ ਬਲ ਨੂੰ ਵਧਾਓ। ਪ੍ਰਸ਼ਨ ਹੈ, ਦੇਵੀ ਦੇਵਤਿਆਂ ਦੇ ਕਰਮ ਸ੍ਰੇਸ਼ਟ ਸੀ, ਹੁਣ ਸਭ ਦੇ ਕਰਮ ਭ੍ਰਸ਼ਟ ਕਿਉਂ ਬਣੇ ਹਨ? ਉੱਤਰ ਹੈ, ਕਿਉਂਕਿ ਆਪਣੇ ਅਸਲੀ ਧਰਮ ਨੂੰ ਭੁੱਲ ਗਏ ਹਨ। ਧਰਮ ਭੁੱਲਣ ਦੇ ਕਾਰਨ ਹੀ ਜੋ ਕਰਮ ਕਰਦੇ ਹਨ ਉਹ ਭ੍ਰਸ਼ਟ ਹੁੰਦੇ ਹਨ। ਬਾਪ ਤੁਹਾਨੂੰ ਆਪਣੇ ਸਤ ਧਰਮ ਦੀ ਪਛਾਣ ਦਿੰਦੇ ਹਨ। ਨਾਲ ਨਾਲ ਸਾਰੇ ਦੁਨੀਆ ਦੀ ਸਾਰੇ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਸੁਣਾਉਂਦੇ ਹਨ, ਜੋ ਸਭ ਨੂੰ ਸੁਣਾਉਣੀ ਹੈ। ਬਾਪ ਦਾ ਸੱਚੀ ਪਛਾਣ ਸਭ ਨੂੰ ਦੇਣੀ ਹੈ। ਗੀਤ ਹੈ, ਮੁਖੜਾ ਦੇਖ ਲੈ ਪ੍ਰਾਣੀ ਜਰਾ ਦਰਪਣ ਮੇਂ। ਓਮ ਸ਼ਾਂਤੀ। ਇਹ ਕਿਸਨੇ ਕਿਹਾ ਅਤੇ ਕਿਸ ਨੂੰ ਕਿਹਾ? ਬਾਪ ਨੇ ਕਿਹਾ ਬੱਚਿਆਂ ਨੂੰ, ਜਿਨ੍ਹਾਂ ਬੱਚਿਆਂ ਨੂੰ ਪਤਿਤ ਤੋਂ ਪਾਵਨ ਬਣਾ ਰਹੇ ਹਨ। ਬੱਚੇ ਜਾਣ ਗਏ ਹਨ ਕਿ ਅਸੀਂ ਭਾਰਤਵਾਸੀ ਜੋ ਦੇਵੀ ਦੇਵਤਾ ਸੀ, ਹੁਣ ਉਹ 84 ਜਨਮਾਂ ਦਾ ਚੱਕਰ ਲਗਾ ਕੇ ਸਤੋ ਪ੍ਰਧਾਨ ਤੋਂ ਪਾਸ ਕਰ ਹੁਣ ਸਤੋ ਰਜੋ ਤਮੋ ਅਤੇ ਹੁਣ ਤਮੋ ਪ੍ਰਧਾਨ ਬਣ ਗਏ ਹਨ। ਹੁਣ ਫਿਰ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਬਾਪ ਕਹਿੰਦੇ ਹਨ, ਆਪਣੇ ਦਿਲ ਤੋਂ ਪੁੱਛੋ ਕਿ ਕਿੱਥੋਂ ਤੱਕ ਅਸੀਂ ਪੁੰਨ ਆਤਮਾ ਬਣੇ ਹਾਂ। ਤੁਸੀਂ ਸਤੋ ਪ੍ਰਧਾਨ ਪਵਿੱਤਰ ਆਤਮਾ ਸੀ। ਜਦੋਂ ਇੱਥੇ ਪਹਿਲਾਂ ਤੁਸੀਂ ਦੇਵੀ ਦੇਵਤਾ ਕਹਾਉਂਦੇ ਸੀ, ਜਿਸ ਨੂੰ ਆਦਿ ਸਨਾਤਨ ਦੇਵੀ ਦੇਵਤਾ ਧਰਮ ਕਿਹਾ ਜਾਂਦਾ ਸੀ। ਹੁਣ ਕੋਈ ਭਾਰਤਵਾਸੀ ਆਪਣੇ ਨੂੰ ਦੇਵੀ ਦੇਵਤਾ ਧਰਮ ਦੇ ਨਹੀਂ ਕਹਿਲਾਉਂਦੇ। ਹਿੰਦੂ ਤਾਂ ਕੋਈ ਧਰਮ ਹੈ ਨਹੀਂ, ਸਾਰੇ ਆਪਣੇ ਆਪ ਨੂੰ ਹਿੰਦੂ ਕਹਿ ਰਹੇ। ਬਾਬਾ ਕਹਿ ਰਹੇ ਕਿ ਹਿੰਦੂ ਤਾਂ ਕੋਈ ਧਰਮ ਹੈ ਨਹੀਂ, ਪਰੰਤੂ ਪਤਿਤ ਹੋਣ ਦੇ ਕਾਰਨ ਆਪਣੇ ਕੋ ਕੋਈ ਦੇਵਤਾ ਨਹੀਂ ਕਹਿਲਾ ਸਕਦੇ। ਦੇਵਤੇ ਸਤਯੁਗ ਵਿੱਚ ਪਵਿੱਤਰ ਸੀ, ਪਵਿੱਤਰ ਪ੍ਰਵਰਤੀ ਮਾਰਗ ਸੀ। ਯਥਾ ਰਾਜਾ ਰਾਣੀ ਤਥਾ ਸਾਰੇ ਹੀ ਪ੍ਰਜਾ ਪਵਿੱਤਰ ਸੀ। ਭਾਰਤ ਵਾਸੀਆਂ ਨੂੰ ਬਾਪ ਯਾਦ ਕਰਾਉਂਦੇ ਹਨ ਕਿ ਤੁਸੀਂ ਪਵਿੱਤਰ ਪ੍ਰਵਰਤੀ ਮਾਰਗ ਵਾਲੇ ਆਦਿ ਸਨਾਤਨ ਦੇਵੀ ਦੇਵਤਾ ਧਰਮ ਵਾਲੇ ਸੀ। ਉਸ ਨੂੰ ਸਵਰਗ ਕਿਹਾ ਜਾਂਦਾ ਸੀ। ਉੱਥੇ ਇੱਕ ਹੀ ਧਰਮ ਸੀ। ਪਹਿਲਾ ਨੰਬਰ ਮਹਾਰਾਜਾ ਮਹਾਰਾਣੀ ਲਕਸ਼ਮੀ ਨਾਰਾਇਣ ਸੀ, ਉਹਨਾਂ ਦੀ ਫਿਰ ਰਾਜਾ ਹੀ ਸੀ। ਅਤੇ ਭਾਰਤ ਬਹੁਤ ਧਨਵਾਨ ਸੀ। ਉਹ ਸਤਯੁਗ ਸੀ। ਫਿਰ ਆਏ ਤ੍ਰੇਤਾ ਵਿੱਚ, ਤਾਂ ਵੀ ਪੂਜਨੀਏ ਦੇਵੀ ਦੇਵਤਾ ਵਾ ਕਸ਼ਤਰੀਏ ਕਹਿਲਾਉਂਦੇ ਸੀ। ਉਹ ਲਕਸ਼ਮੀ ਨਾਰਾਇਣ ਦਾ ਰਾਜ, ਉਹ ਤ੍ਰੇਤਾ ਯੁੱਗ ਰਾਮ ਸੀਤਾ ਦਾ ਰਾਜ, ਉਹ ਵੀ ਰਾਜਾ ਹੀ ਚੱਲੀ। ਜਿਵੇਂ ਕ੍ਰਿਸਚਨਾਂ ਦੇ ਵਿੱਚ ਵੀ ਐਡਵਰਡ ਦੀ ਫਸਟ ਸੈਕਿੰਡ ਇਸ ਤਰ੍ਹਾਂ ਚੱਲਦਾ ਹੈ ਨਾ, ਇਸ ਤਰ੍ਹਾਂ ਭਾਰਤ ਵਿੱਚ ਵੀ ਸੀ। 5000 ਸਾਲ ਦੀ ਗੱਲ ਹੈ, ਅਰਥਾਤ 5000 ਸਾਲ ਪਹਿਲਾਂ ਭਾਰਤ ਵਿੱਚ ਇਹਨਾਂ ਲਕਸ਼ਮੀ ਨਾਰਾਇਣ ਦਾ ਰਾਜ ਸੀ। ਤਾਂ ਬਾਬਾ ਦੱਸ ਰਹੇ ਕਿ ਇਹ ਭਾਰਤ ਸਵਰਗ ਸੀ। ਫਿਰ ਨਰਕ ਵਿੱਚ ਆਏ। ਦੁਨੀਆ ਤਾਂ ਇਸ ਵਰਲਡ ਦੀ ਹਿਸਟਰੀ ਜੀਓਗ੍ਰਾਫੀ ਨੂੰ ਜਾਣਦੀ ਹੀ ਨਹੀਂ। ਉਹ ਤਾਂ ਅਧੂਰੀ, ਸਿਰਫ ਲਾਸਟ ਵਾਲੀ ਪਿਛਾੜੀ ਦੀ ਹਿਸਟਰੀ ਜਾਣਦੇ। ਦੁਆਪਰ ਯੁੱਗ ਤੋਂ ਕਿਹੜਾ ਰਾਜਾ ਆਇਆ, ਕਿਸਨੇ ਕਿਸ 'ਤੇ
ਚੜ੍ਹਾਈ ਕੀਤੀ, ਕਿਸ ਤਰ੍ਹਾਂ ਰਾਜ ਲਿਆ, ਤਾਂ ਬਾਬਾ ਕਹਿੰਦੇ ਅਧੂਰੀ ਹਿਸਟਰੀ ਜਾਣਦੇ, ਸਤਯੁਗ ਤ੍ਰੇਤਾ ਬਾਰੇ ਤਾਂ ਕੁਝ ਜਾਣਦੇ ਨਹੀਂ। ਸਤਯੁਗ ਤ੍ਰੇਤਾ ਦੀ ਹਿਸਟਰੀ ਜੀਓਗ੍ਰਾਫੀ ਨੂੰ ਕੋਈ ਨਹੀਂ ਜਾਣਦੇ। ਰਿਸ਼ੀ ਮੁਨੀ ਵੀ ਕਹਿੰਦੇ ਗਏ ਅਸੀਂ ਰਚਿਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਨਹੀਂ ਜਾਣਦੇ। ਜਾਣਨ ਵੀ ਕਿਵੇਂ? ਤੁਹਾਨੂੰ ਬਾਪ ਹੀ ਬੈਠ ਕੇ ਸਮਝਾ ਰਹੇ ਹਨ। ਬਾਬਾ ਤੋਂ ਬਗੈਰ ਤਾਂ ਇਹ ਨੌਲੇਜ ਕੋਈ ਦਿੰਦਾ ਹੀ ਨਹੀਂ। ਸ਼ਿਵ ਬਾਬਾ ਭਾਰਤ ਵਿੱਚ ਹੀ ਦਿਵਯ ਜਨਮ ਲੈਂਦੇ ਹਨ, ਜਿਸ ਦੀ ਸ਼ਿਵ ਜਯੰਤੀ ਵੀ ਹੁੰਦੀ ਹੈ। ਸ਼ਿਵ ਜਯੰਤੀ ਤੋਂ ਬਾਅਦ ਫਿਰ ਚਾਹੀਦੀ ਹੈ ਗੀਤਾ ਜਯੰਤੀ, ਫਿਰ ਨਾਲ ਹੋਣੀ ਚਾਹੀਦੀ ਹੈ ਕ੍ਰਿਸ਼ਨ ਜਯੰਤੀ। ਪਰੰਤੂ ਇਸ ਜਯੰਤੀ ਦਾ ਰਾਜ ਭਾਰਤ ਵਾਸੀ ਨਹੀਂ ਜਾਣਦੇ ਕਿ ਸ਼ਿਵ ਜਯੰਤੀ ਕਦੋਂ ਹੋਈ। ਹੋਰ ਧਰਮ ਵਾਲੇ ਤਾਂ ਝੱਟ ਦੱਸਣਗੇ। ਬਾਬਾ ਕਹਿੰਦੇ ਹੋਰ ਧਰਮਾਂ ਵਾਲੇ ਕਿਵੇਂ ਦੱਸਦੇ ਕਿ ਬੁੱਧ ਦੀ ਜਯੰਤੀ ਕਦੋਂ ਹੋਈ, ਕ੍ਰਾਈਸਟ ਦੀ ਜਯੰਤੀ ਕਦੋਂ ਹੋਈ। ਬਾਬਾ ਕਹਿ ਰਹੇ ਭਾਰਤ ਵਾਸੀਆਂ ਨੂੰ ਪੁੱਛੋ ਸ਼ਿਵ ਜਯੰਤੀ ਕਦੋਂ ਹੋਈ। ਕੋਈ ਨਹੀਂ ਦੱਸ ਸਕਦੇ। ਭਾਰਤ ਵਿੱਚ ਸ਼ਿਵ ਆਇਆ, ਆ ਕੇ ਕੀ ਕੀਤਾ, ਇਹ ਕੋਈ ਵੀ ਨਹੀਂ ਜਾਣਦੇ। ਸ਼ਿਵ ਠਹਿਰਿਆ ਸਾਰੀਆਂ ਆਤਮਾ ਦਾ ਪਿਤਾ। ਆਤਮਾ ਤਾਂ ਅਵਿਨਾਸ਼ੀ ਹੈ ਨਾ, ਤਾਂ ਬਾਪ ਆ ਕਰਕੇ ਇਹ ਸੱਚੀਆਂ ਗੱਲਾਂ ਸੁਣਾਉਂਦੇ ਹਨ। ਬਾਪ ਦੇ ਸਿਵਾਏ ਬਾਕੀ ਸਭ ਰਚਿਤਾ ਰਚਨਾ ਦੇ ਲਈ ਝੂਠ ਹੀ ਬੋਲਦੇ ਹਨ, ਕਿਉਂਕਿ ਹੈ ਹੀ ਇਹ ਮਾਇਆ ਦਾ ਰਾਜ। ਪਹਿਲਾਂ ਤੁਸੀਂ ਪਾਰਸ ਬੁੱਧੀ ਸੀ। ਬਾਬਾ ਕਹਿੰਦੇ ਭਾਰਤ ਪਾਰਸਪੁਰੀ ਸੀ। ਸੋਨੇ ਹੀਰੇ ਜਵਾਹਰਾਤਾਂ ਦੇ ਮਹਿਲ ਸੀ। ਬਾਬਾ ਬੈਠ ਕੇ ਰਚਿਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਦਾ ਰਾਜ ਅਰਥਾਤ ਦੁਨੀਆ ਦੀ ਹਿਸਟਰੀ ਜੀਓਗ੍ਰਾਫੀ ਦੱਸਦੇ ਹਨ। ਭਾਰਤ ਵਾਸੀ ਇਹ ਨਹੀਂ ਜਾਣਦੇ ਕਿ ਹਮਸੋ ਮਨਾ ਅਸੀਂ ਪਹਿਲਾਂ ਦੇਵੀ ਦੇਵਤਾ ਸੀ, ਹੁਣ ਪਤਿਤ ਕੰਗਾਲ ਰਿਲੀਜੀਅਸ ਬਣ ਗਏ, ਆਪਣੇ ਧਰਮ ਨੂੰ ਭੁੱਲ ਗਏ। ਬਾਬਾ ਕਹਿ ਰਹੇ ਇਹ ਵੀ ਡਰਾਮਾ ਅਨੁਸਾਰ ਹੋਣਾ ਹੀ ਹੈ। ਬਾਬਾ ਬੱਚਿਆਂ ਦੀ ਗਲਤੀ ਨਹੀਂ ਕੱਢ ਰਹੇ। ਬਾਬਾ ਕਹਿੰਦੇ ਬੱਚੇ ਇਹ ਵੀ ਡਰਾਮਾ ਅਨੁਸਾਰ ਹੋਣਾ ਹੀ ਹੈ। 84 ਜਨਮਾਂ ਦਾ ਪਾਰਟ ਵੀ ਬੱਚੇ ਵਜਾਉਂਦੇ ਹਨ। ਬਾਪ ਤਾਂ ਇਸ ਚੱਕਰ ਵਿੱਚ ਨਹੀਂ ਆਉਂਦੇ। ਬੱਚੇ ਹੀ ਪਤਿਤ ਤੋਂ ਪਾਵਨ ਬਣ ਜਾਂਦੇ, ਪਾਵਨ ਤੋਂ ਫਿਰ ਪਤਿਤ ਬਣ ਜਾਂਦੇ, ਫਿਰ ਚਿਲਾਉਂਦੇ ਹਨ ਬਾਬਾ ਆਓ ਆ ਕੇ ਸਾਨੂੰ ਫਿਰ ਤੋਂ ਪਾਵਨ ਬਣਾਓ। ਇੱਕ ਨੂੰ ਹੀ ਸਾਰੇ ਪੁਕਾਰਦੇ ਹਨ। ਰਾਵਣ ਰਾਜ ਵਿੱਚ ਜੋ ਸਾਰੇ ਦੁਖੀ ਹੋ ਗਏ ਹਨ ਉਹਨਾਂ ਨੂੰ ਆ ਕੇ ਛੁਡਾਓ, ਫਿਰ ਰਾਮ ਰਾਜ ਵਿੱਚ ਲੈ ਜਾਓ। ਅੱਧਾ ਕਲਪ ਰਾਮ ਰਾਜ, ਅੱਧਾ ਕਲਪ ਰਾਵਣ ਰਾਜ। ਭਾਰਤ ਵਾਸੀ ਜੋ ਪਵਿੱਤਰ ਸੀ ਉਹ ਪਤਿਤ ਬਣ ਗਏ। ਬਾਮ ਮਾਰਗ ਮਨਾ ਵਿਕਾਰੀ ਮਾਰਗ ਦੇ ਵਿੱਚ ਜਾਣ ਦੇ ਕਰਕੇ ਪਤਿਤ ਹੋਣਾ ਸ਼ੁਰੂ ਹੋ ਜਾਂਦੇ। ਭਗਤੀ ਮਾਰਗ ਸ਼ੁਰੂ ਹੁੰਦਾ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਗਿਆਨ ਸੁਣਾਇਆ ਜਾਂਦਾ ਹੈ, ਜਿਸ ਨਾਲ ਅੱਧਾ ਕਲਪ 21 ਜਨਮਾਂ ਦੇ ਲਈ ਤੁਸੀਂ ਸੁੱਖ ਦਾ ਵਰਸਾ ਪਾਉਂਦੇ ਹੋ। ਅੱਧਾ ਕਲਪ ਗਿਆਨ ਦੀ ਪਰਾਲਬਧ ਚਲਦੀ, ਫਿਰ ਰਾਵਣ ਰਾਜ ਹੁੰਦਾ, ਗਿਰਨ ਲੱਗ ਜਾਂਦੇ। ਸਤਯੁਗ ਤ੍ਰੇਤਾ ਵਿੱਚ ਸਿਰਫ ਭਾਰਤ ਸੀ। ਸੂਰਯਵੰਸ਼ੀ, ਚੰਦਰਵੰਸ਼ੀ, ਫਿਰ ਵੈਸ਼ਵੰਸ਼ੀ, ਫਿਰ ਸ਼ੂਦਰਵੰਸ਼ੀ। ਹੁਣ ਤੁਸੀਂ ਆ ਕੇ ਬਣੇ ਹੋ ਬ੍ਰਾਹਮਣ ਵੰਸ਼ੀ, ਦੇਵਤਾ ਵੰਸ਼ੀ ਬਣਨ ਦੇ ਲਈ। ਇਹ ਹੈ ਭਾਰਤ ਦੇ ਵਰਣ। ਹੁਣ ਤੁਸੀਂ ਬ੍ਰਾਹਮਣ ਬਣਨ ਲਈ ਸ਼ਿਵ ਬਾਬਾ ਤੋਂ ਵਰਸਾ ਲੈ ਰਹੇ ਹੋ। ਬਾਪ ਤੁਹਾਨੂੰ ਪੜ੍ਹਾ ਰਹੇ ਹਨ। 5000 ਸਾਲ ਪਹਿਲਾਂ ਦੀ ਤਰ੍ਹਾਂ ਕਲਪ ਕਲਪ ਤੁਸੀਂ ਪਾਵਨ ਬਣ ਫਿਰ ਪਤਿਤ ਬਣਦੇ ਹੋ। ਸੁਖ ਧਾਮ ਵਿੱਚ ਜਾ ਕੇ ਫਿਰ ਦੁੱਖ ਧਾਮ ਵਿੱਚ ਆ ਜਾਂਦੇ, ਫਿਰ ਸ਼ਾਂਤੀ ਧਾਮ ਵਿੱਚ ਜਾਣਾ ਹੈ, ਜਿਸ ਨੂੰ ਨਿਰਾਕਾਰੀ ਦੁਨੀਆ ਕਿਹਾ ਜਾਂਦਾ ਹੈ। ਆਤਮਾ ਕੀ ਹੈ, ਪਰਮਾਤਮਾ ਕੀ ਹੈ, ਇਹ ਵੀ ਕੋਈ ਮਨੁੱਖ ਨਹੀਂ ਜਾਣਦੇ। ਆਤਮਾ ਵੀ ਇੱਕ ਬਿੰਦੀ ਸਟਾਰ ਹੈ, ਸਿਤਾਰੇ ਦੀ ਤਰ੍ਹਾਂ ਹੈ। ਕਹਿੰਦੇ ਵੀ ਹਨ ਭਿਰਕੁਟੀ ਦੇ ਵਿੱਚ ਚਮਕਦਾ ਅਜਬ ਸਿਤਾਰਾ, ਮਨਾ ਮੱਥੇ ਦੇ ਵਿੱਚ ਇੱਕ ਛੋਟਾ ਜਿਹਾ ਸਿਤਾਰਾ। ਆਤਮਾ ਚਮਕ ਰਹੀ ਹੈ, ਛੋਟੀ ਜਿਹੀ ਬਿੰਦੀ ਹੈ ਜਿਸ ਨੂੰ ਦਿਵਯ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ।
ਬਾਪ ਦੀ ਆਤਮਾ ਵੀ ਇੱਕ ਬਿੰਦੀ ਮਿਸਲ ਹੈ। ਉਸ ਨੂੰ ਸੁਪਰੀਮ ਆਤਮਾ ਕਿਹਾ ਜਾਂਦਾ ਹੈ। ਉਸ ਦੀ ਮਹਿਮਾ ਅਲੱਗ ਹੈ। ਮਨੁੱਖ ਸ੍ਰਿਸ਼ਟੀ ਦਾ ਚੇਤਨ ਬੀਜ ਰੂਪ ਹੋਣ ਦੇ ਕਾਰਨ ਉਸ ਵਿੱਚ ਸਾਰਾ ਗਿਆਨ ਹੈ। ਤੁਹਾਡੀ ਆਤਮਾ ਨੂੰ ਵੀ ਹੁਣ ਨੌਲੇਜ ਮਿਲ ਰਹੀ ਹੈ। ਆਤਮਾ ਹੀ ਨੌਲੇਜ ਗ੍ਰਹਿਣ ਕਰ ਰਹੀ ਹੈ। ਇੰਨੀ ਛੋਟੀ ਜਿਹੀ ਬਿੰਦੀ ਵਿੱਚ 84 ਜਨਮਾਂ ਦਾ ਪਾਰਟ ਭਰਿਆ ਹੋਇਆ ਹੈ। ਸੋ ਵੀ ਅਵਿਨਾਸ਼ੀ 84 ਜਨਮਾਂ ਦਾ ਚੱਕਰ ਲਗਾਉਂਦੇ ਆਏ ਹੋ ਨਾ। ਹੁਣ ਦੇਖੋ, ਇਹ ਵਿਸ਼ਸ ਵਰਲਡ ਹੈ, ਵਿਕਾਰੀ ਦੁਨੀਆ ਹੈ। 5000 ਸਾਲ ਪਹਿਲਾਂ ਪਵਿੱਤਰਤਾ ਸੀ, ਸ਼ਾਂਤੀ ਵੀ ਸੀ, ਸੁੱਖ ਵੀ ਸੀ। ਬਾਬਾ ਬੱਚਿਆਂ ਨੂੰ ਯਾਦ ਦਿਲਾਉਂਦੇ ਹਨ। ਮੁੱਖ ਹੈ ਪਵਿੱਤਰਤਾ। ਇਸ ਲਈ ਕਹਿੰਦੇ ਹਨ, ਵਿਕਾਰੀ ਨੂੰ ਨਿਰਵਿਕਾਰੀ ਬਣਾਉਣ ਵਾਲੇ ਆਓ। ਉਹੀ ਸਦਗਤੀ ਦੇਣ ਵਾਲਾ ਹੈ। ਇਸ ਲਈ ਉਸ ਨੂੰ ਸਤਿਗੁਰੂ ਕਿਹਾ ਜਾਂਦਾ। ਹੁਣ ਤੁਸੀਂ ਬਾਪ ਦੁਆਰਾ ਬੇਗਰ ਤੋਂ ਪ੍ਰਿੰਸ ਬਣ ਰਹੇ ਹੋ, ਅਰਥਾਤ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਦੇ ਹੋ। ਤੁਹਾਡਾ ਇਹ ਰਾਜਯੋਗ ਹੈ। ਭਾਰਤ ਨੂੰ ਹੀ ਹੁਣ ਬਾਪ ਦੁਆਰਾ ਰਾਜਾਈ ਮਿਲੀ। ਆਤਮਾ ਹੀ 84 ਜਨਮ ਲੈਂਦੀ ਹੈ। ਆਤਮਾ ਪੜ੍ਹਦੀ ਹੈ ਸਰੀਰ ਦੁਆਰਾ, ਸਰੀਰ ਨਹੀਂ ਪੜ੍ਹਦਾ। ਆਤਮਾ ਸੰਸਕਾਰ ਲੈ ਜਾਂਦੀ ਹੈ। ਮੈਂ ਆਤਮਾ ਇਸ ਸਰੀਰ ਦੁਆਰਾ ਪੜ੍ਹਦੀ ਹਾਂ। ਇਸ ਨੂੰ ਦੇਹੀ ਅਭਿਮਾਨੀ ਕਿਹਾ ਜਾਂਦਾ ਹੈ। ਆਤਮਾ ਅਲੱਗ ਹੋ ਜਾਂਦੀ ਹੈ ਤਾਂ ਸਰੀਰ ਦਾ ਕੋਈ ਕੰਮ ਨਹੀਂ ਰਹਿੰਦਾ। ਅੱਛਾ, ਬਾਪ ਕਹਿੰਦੇ ਮਾਮੇ ਕਮ ਯਾਦ ਕਰੋ। ਤੁਸੀਂ ਗੋਲਡਨ ਏਜ ਵਿੱਚ ਸਤੋ ਪ੍ਰਧਾਨ ਸੀ, ਫਿਰ ਤੁਹਾਡੇ ਵਿੱਚ ਖਾਦ ਪੈ ਗਈ। ਖਾਦ ਪੈਂਦੇ ਪੈਂਦੇ ਤੁਸੀਂ ਪਾਵਨ ਤੋਂ ਪਤਿਤ ਹੋ ਗਏ। ਹੁਣ ਪਾਵਨ ਬਣਨਾ ਹੈ। ਪਾਵਨ ਬਣਨ ਦਾ ਇੱਕ ਹੀ ਉਪਾਅ ਬਾਬਾ ਦੱਸਦੇ, ਮਾਮੇ ਕਮ ਯਾਦ ਕਰੋ। ਇਹ ਅੰਤ ਜਨਮ ਪਵਿੱਤਰ ਬਣੋ। ਖਾਂਦੇ ਪੀਂਦੇ ਚਲਦੇ ਫਿਰਦੇ ਮਾਮੇ ਕਮ ਯਾਦ ਕਰੋ, ਕਿਉਂਕਿ ਸਭ ਸਾਰੀਆਂ ਆਤਮਾਵਾਂ ਦਾ ਮਾਸ਼ੂਕ ਇੱਕ ਹੈ। ਮਾਸ਼ੂਕ ਕਹਿੰਦੇ ਕਰਮ ਵੀ ਕਰੋ ਔਰ ਬੁੱਧੀ ਨਾਲ ਮੈਨੂੰ ਯਾਦ ਵੀ ਕਰੋ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲੀ ਪੁਆਇੰਟ, ਯਾਦ ਨਾਲ ਪਾਵਨ ਬਣ ਬਾਪ ਦੇ ਗਲੇ ਦਾ ਹਾਰ ਬਣਨਾ ਹੈ। ਕਰਮ ਕਰਦੇ ਵੀ ਬਾਪ ਦੀ ਯਾਦ ਵਿੱਚ ਰਹਿ ਕੇ ਵਿਕਰਮਾ ਜੀਤ ਬਣਨਾ ਹੈ। ਦੂਸਰਾ, ਪੁੰਨ ਆਤਮਾ ਬਣਨ ਦਾ ਪੂਰਾ ਪੁਰਸ਼ਾਰਥ ਕਰਨਾ ਹੈ। ਦੇਹ ਅਭਿਮਾਨ ਨੂੰ ਛੱਡ ਦੇਹੀ ਅਭਿਮਾਨੀ ਬਣਨਾ ਹੈ। ਵਰਦਾਨ, ਪਾਸ ਵਿਦ ਆਨਰ ਬਣਨ ਦੇ ਲਈ ਸਾਰਿਆਂ ਦੁਆਰਾ ਸੰਤੁਸ਼ਟਤਾ ਦਾ ਸਰਟੀਫਿਕੇਟ ਮਾਨਾ ਪਾਸਪੋਰਟ ਪ੍ਰਾਪਤ ਕਰਨ ਵਾਲੇ ਸੰਤੁਸ਼ਟ ਮਣੀ ਭਵ। ਜੋ ਬੱਚੇ ਆਪਣੇ ਆਪ ਨਾਲ, ਆਪਣੇ ਆਪ ਤੋਂ, ਆਪਣੇ ਪੁਰਸ਼ਾਰਥ व ਸੇਵਾ ਤੋਂ, ਬ੍ਰਾਹਮਣ ਪਰਿਵਾਰ ਦੇ ਸੰਪਰਕ ਤੋਂ ਸਦਾ ਸੰਤੁਸ਼ਟ ਰਹਿੰਦੇ ਹਨ, ਉਹਨਾਂ ਨੂੰ ਹੀ ਸੰਤੁਸ਼ਟ ਮਣੀ ਕਿਹਾ ਜਾਂਦਾ ਹੈ। ਸਰਵ ਆਤਮਾਵਾਂ ਦੇ ਸੰਪਰਕ ਵਿੱਚ ਆਪਣੇ ਨੂੰ ਸੰਤੁਸ਼ਟ ਰੱਖਣਾ ਜਾਂ ਸਾਰਿਆਂ ਨੂੰ ਸੰਤੁਸ਼ਟ ਕਰਨਾ, ਇਸ ਵਿੱਚ ਜੋ ਵਿਜਈ ਬਣਦੇ ਉਹ ਵਿਜੇ ਮਾਲਾ ਵਿੱਚ ਆ ਜਾਂਦੇ। ਪਾਸ ਵਿਦ ਆਨਰ ਬਣਨ ਦੇ ਲਈ ਸਾਰਿਆਂ ਦੁਆਰਾ ਸੰਤੁਸ਼ਟਤਾ ਦਾ ਪਾਸਪੋਰਟ ਮਿਲਣਾ ਚਾਹੀਦਾ ਹੈ। ਇਹ ਪਾਸਪੋਰਟ ਲੈਣ ਦੇ ਲਈ ਸਿਰਫ ਕੀ ਕਰਨਾ ਹੈ? ਸਹਿਨ ਕਰਨਾ व ਸਾਹਮਣਾ ਕਰਨ ਦੀ ਸ਼ਕਤੀ ਧਾਰਨ ਕਰੋ। ਸਲੋਗਨ ਹੈ, ਰਹਿਮਦਿਲ ਬਾਪ ਸੇਵਾ ਦੁਆਰਾ ਨਿਰਾਸ਼ ਅਤੇ ਥੱਕੀਆਂ ਹੋਈਆਂ ਆਤਮਾ ਨੂੰ ਰਹਿਮਦਿਲ ਬਣ ਸੇਵਾ ਦੁਆਰਾ ਨਿਰਾਸ਼ ਅਤੇ ਥੱਕੀਆਂ ਹੋਈਆਂ ਆਤਮਾਵਾਂ ਨੂੰ ਸਹਾਰਾ ਦਿਓ। ਅੱਛਾ, ਓਮ ਸ਼ਾਂਤੀ।